200 ਤੋਂ ਉੱਪਰ ਲਾਸ਼ਾਂ ਦੇ ਸੰਸਕਾਰ ਕੀਤੇ ਆ ਜੀ। ਕਦੇ ਮਨ ਦੇ ਵਿੱਚ ਡਰ ਨਹੀਂ ਸੀ ਪੈਦਾ ਹੋਇਆ ਕਿ ਕਿਤੇ ਨਾ ਕਿਤੇ ਕਦੇ ਨਾ ਕਦੇ ਇਹ ਸੇਵਾ ਕਰਦੇ ਕਰਦੇ ਕਦੇ ਖੁਦ ਵੀ ਨਾ ਕਰੋਨਾ ਵਾਇਰਸ ਤੋਂ ਪੀੜਤ ਹੋ ਜਾਈਏ? ਦੇਖੋ ਜੀ 25 ਸਾਲ ਤੋਂ ਸੇਵਾ ਕਰ ਰਹੇ ਸੀ, ਸਾਨੂੰ ਲੋਕਾਂ ਨੇ ਬੜਿਆਂ ਨੇ ਕਿਹਾ ਕਿ ਮੁੜ ਜਾਓ, ਤੁਸੀਂ ਅੱਛਾ ਨਹੀਂ ਕਰ ਰਹੇ, ਬਿਮਾਰ ਹੋ ਜਾਓਗੇ। ਤੁਸੀਂ ਖੁਦ ਵੀ ਸਾਬਕਾ ਵਿਧਾਇਕ ਰਹੇ ਹੋ, ਬੀਜੇਪੀ ਵੱਲੋਂ ਚੋਣ ਵੀ ਲੜੀ, ਤੁਸੀਂ ਵਿਧਾਇਕ ਵੀ ਬਣੇ। ਤੁਹਾਡਾ ਕੋਈ ਯਾਰ ਦੋਸਤ ਮਿੱਤਰ ਰਿਸ਼ਤੇਦਾਰ ਸਭ ਦੂਰ ਹੋ ਜਾਂਦੇ ਡਰ ਦੇ ਮਾਰੇ ਜੀ, ਘਰ ਦੇ ਹੀ ਹੋ ਜਾਂਦੇ ਜੀ। ਸਭ ਤੋਂ ਵੱਡੀ ਗੱਲ ਤੇ ਹੈ ਜੀ, ਮੈਂ ਇਹੋ ਗੱਲ ਕਰ ਰਿਹਾ ਕਿ ਇਹ ਕਰੋਨਾ ਵਾਇਰਸ ਜਿਹੀ ਭਿਆਨਕ ਬਿਮਾਰੀ ਤੋਂ ਲੋਕ ਬਹੁਤ ਡਰੇ ਹੋਏ ਨੇ। ਹੁਣ ਜਿੱਦਾਂ ਤੁਸੀਂ ਦੱਸਿਆ ਵੀ ਤੁਹਾਨੂੰ ਪੜੋਸੀ ਵੀ ਕੋਈ ਫੋਨ ਨਹੀਂ ਕਰਦਾ ਜੀ, ਉਹਨਾਂ ਦੀ ਸਿਹਤ ਠੀਕ ਹੈ? ਬਿਲਕੁਲ ਹੁਣ ਠੀਕ ਨੇ ਉਹ? ਬਿਲਕੁਲ ਤਾਂ ਨਹੀਂ ਹੈ, ਲੇਕਿਨ ਅੱਜ ਆਪਸ ਵਿੱਚ ਗੱਲਬਾਤ ਹੈ, ਪਹਿਲਾ ਦਿਨ ਹੈ ਕਿ ਅਸੀਂ ਆਪਸ ਵਿੱਚ ਗੱਲਬਾਤ ਹੀ ਕਰ ਰਹੇ ਹਾਂ। ਬੜੀ ਗੰਦੀ ਬਿਮਾਰੀ ਹੈ ਜੀ, ਬਹੁਤ ਗੰਦੀ ਬਿਮਾਰੀ ਹੈ ਜੀ। ਸੱਚੇ ਪਾਤਸ਼ਾਹ ਕਿਸੇ ਨੂੰ ਨਾ ਲਿਆਵੇ ਜੀ। ਬਸ ਆਪਣੇ ਬੇਗਾਨੇ ਹੋ ਰਹੀ ਹੈ ਬਿਮਾਰੀ ਤੇ। ਬਹੁਤ ਖਤਰਨਾਕ ਬਿਮਾਰੀ ਹੈ ਜੀ ਜੀ, ਮੈਂ ਇਹ ਤੁਹਾਡੇ ਨਾਲ ਬੁਖਾਰ ਗੱਲ ਕਰ ਰਿਹਾ, ਮੇਰੇ ਕੋਲ ਜੀ। ਬੈਠਣ ਦੀ ਸ਼ਕਤੀ ਨਹੀਂ ਹੈ, ਮੈਂ ਨਹੀਂ ਤਾਂ ਬੈਠ ਕੇ ਗੱਲ ਕਰਦਾ। ਤੇ ਠੀਕ ਹੋਣ ਤੋਂ ਬਾਅਦ ਇਸੇ ਤਰ੍ਹਾਂ ਹਿੰਮਤ ਜਾਰੀ ਰਹੇਗੀ? ਦੇਖੋ ਸਾਡੇ ਮਹਾਰਾਜ ਨੇ ਕਿਹਾ ਸੀ, ਜੇ ਕੋ ਪ੍ਰੇਮ ਖਿਲਨ ਕਾ ਚਾਓ ਸਿਰ ਧਰ ਗਲੀ ਗਲੀ में आओ, इतमारक पैर तरी जाए सिर दीजे कांड ना की। जिस दिन मेरा क्वारंटाइन खत्म होएगा सरकारी रूप विच, उसी दिन जी। ड्यूटी ते लग जाऊंगा जाके, और उसी दिन तो ही सेवा शुरू करांगा। ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੇ ਵਿੱਚੋਂ ਕੁਝ ਅਜਿਹੇ ਵੀ ਕਰੋਨਾ ਵਾਇਰਸ ਦੇ ਮਰੀਜ਼ ਸੀ ਜਿਨ੍ਹਾਂ ਦੇ ਆਪਣੇ ਹੀ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀਆਂ ਲਾਸ਼ਾਂ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਅਜਿਹੇ ਦੇ ਵਿੱਚ ਕੁਝ ਸਮਾਜਿਕ ਸੰਸਥਾਵਾਂ ਅੱਗੇ ਆਈਆਂ ਜਿਨ੍ਹਾਂ ਨੇ ਅਜਿਹੇ ਲੋਕਾਂ ਦਾ ਸੰਸਕਾਰ ਕੀਤਾ। ਅਜਿਹੇ ਦੇ ਵਿੱਚ ਇੱਕ ਸੰਸਥਾ ਦਿੱਲੀ ਦੇ ਵਿੱਚ ਜੋ ਕੰਮ ਕਰ ਰਹੀ ਹੈ, ਸੇਵਾ ਕਰ ਰਹੀ ਹੈ, ਸ਼ਹੀਦ ਭਗਤ ਸਿੰਘ ਸੇਵਾ ਦਲ ਸੰਸਥਾ ਹੈ, ਜਿਸ ਦੇ ਫਾਊਂਡਰ ਨੇ ਜਤਿੰਦਰ ਸਿੰਘ ਸ਼ੰਟੀ ਜੀ, ਜੋ ਇਹ ਸੇਵਾ ਕਰਦੇ ਕਰਦੇ ਖੁਦ ਵੀ ਕਰੋਨਾ ਵਾਇਰਸ ਤੋਂ ਪੀੜਤ ਹੋ ਗਏ। ਬੀਤੇ ਦਿਨ ਉਹਨਾਂ ਦੇ ਕਰੋਨਾ ਵਾਇਰਸ ਦਾ ਜੋ ਟੈਸਟ ਹੈ ਉਹ ਪੋਜ਼ਿਟਿਵ ਆਇਆ। ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇਹ ਸੇਵਾ ਕਰਦੇ ਕਰਦੇ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਹੋ ਗਏ। ਜਤਿੰਦਰ ਸਿੰਘ ਸੰਟੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਟੀਵੀ ਪੰਜਾਬ ਤੇ। ਸਤਿ ਸ਼੍ਰੀ ਅਕਾਲ ਜੀ। ਇਹ ਪਹਿਲਾਂ ਇਹ ਦੱਸੋ ਕਿ ਤੁਹਾਡੀ ਹੁਣ ਸਿਹਤ ਠੀਕ ਹੈ? ਸਿਹਤ ਇਸ ਤਰ੍ਹਾਂ ਜੀ ਕਿ ਕਰੋਨਾ ਨੇ ਇਸ 6 ਦਿਨ ਦੇ ਅੰਦਰ ਸਾਨੂੰ ਤੋੜ ਕੇ ਰੱਖ ਦਿੱਤਾ ਹੈ ਜੀ। ਮੈਨੂੰ, ਮੇਰੇ ਦੋਨੋਂ ਬੇਟਿਆਂ ਨੂੰ, ਮੇਰੀ ਮਿਸਿਸ ਨੂੰ, ਪੂਰੇ ਪਰਿਵਾਰ ਨੂੰ ਇਹ ਕਰੋਨਾ ਹੋ ਗਿਆ ਹੈ ਜੀ। ਅੱਜ ਗੱਲ ਕਰਨ ਜੋਗਾ ਅੱਜ ਪਹਿਲਾ ਦਿਨ ਹੈ ਕਿ ਮੈਂ ਟੈਲੀਫੋਨ ਖੋਲਿਆ ਨਹੀਂ ਤੇ ਮੋਬਾਈਲ ਵੀ ਖੋਲਣ ਤੇ ਦਿਲ ਨਹੀਂ ਕਰ ਰਿਹਾ ਸੀ। ਐਸਾ ਕਰੋਨਾ ਨੇ ਤੋੜ ਕੇ ਰੱਖਤਾ ਜੀ। ਜੀ ਜੀ, ਤੁਹਾਡੇ ਪਰਿਵਾਰ ਦੇ ਵਿੱਚ ਵੀ ਕਿੰਨਾ ਦੀ ਕਰੋਨਾ ਵਾਇਰਸ ਦੀ ਜੋ ਰਿਪੋਰਟ ਆ ਉਹ ਪੋਜ਼ਿਟਿਵ ਆਈ ਹੈ? ਮੇਰੇ ਦੋਨੋਂ ਬੇਟੇ ਜੀ। ਮਨੀਸ਼ਪਾਲ ਸਿੰਘ, ਜੋਰਜੀਤ ਸਿੰਘ ਤੇ ਮੇਰੀ ਮਿਸਿਸ ਜੀ ਜੀ, ਇਹਨਾਂ ਨੂੰ ਕਰੋਨਾ ਵਾਇਰਸ ਤੁਹਾਡੇ ਤੋਂ ਵਾਇਰਸ ਅੱਗੇ ਫੈਲਿਆ ਕਿ ਜਾਂ ਇਹ ਵੀ ਤੁਹਾਡੇ ਨਾਲ ਹੀ ਬਾਹਰ ਸੇਵਾ ਕਰਦੇ ਸੀ? ਮੇਰੇ ਦੋਨੋਂ ਬੇਟੇ ਮੇਰੇ ਨਾਲ ਸੇਵਾ ਕਰਦੇ ਸੀ ਜੀ। ਨੈਚੁਰਲ ਜਾਂ ਬੇਟੇ ਮੈਂ ਸਭ ਘਰ ਆਉਂਦੇ ਆ ਤੇ ਮਿਸਿਸ ਨੂੰ ਹੋਣਾ ਹੀ ਸੀ ਆਟੋਮੈਟਿਕਲੀ ਹੈ। ਜੀ 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 ਲੇਕਿਨ ਅਸੀਂ ਸੇਵਾ ਕਰਦੇ ਕਰਦੇ ਬਹੁਤ ਕਰੀਬ ਚਲੇ ਗਏ ਸੀ ਲਾਸ਼ਾਂ ਦੇ, ਮਰੀਜ਼ਾਂ ਦੇ ਸੰਸਕਾਰ ਤੇ, ਇਸ ਕਰਕੇ ਸਾਨੂੰ ਵਾਇਰਸ ਹੋ ਗਿਆ ਜੀ। ਹੁਣ ਪਰਿਵਾਰਕ ਮੈਂਬਰ ਵੀ ਤੁਹਾਡੇ ਨਾਲ ਘਰ ਦੇ ਵਿੱਚ ਹੀ ਕੁਆਰੰਟਾਈਨ ਨੇ ਜਾਂ ਕੋਈ ਹਸਪੀਟਲ ਦੇ ਵਿੱਚ ਵੀ ਦਾਖਲ ਨੇ? ਸਾਰੇ ਹੀ ਘਰ ਦੇ ਅਲੱਗ-ਅਲੱਗ ਕਮਰੇ ਚ ਹੈਗੇ ਆ ਜੀ, ਕਿਉਂਕਿ ਦਿੱਲੀ ਦੇ ਹਸਪਤਾਲਾਂ ਦਾ ਹਾਲ ਕਿੰਨਾ ਮਾੜਾ ਜੀ ਮੈਂ ਦੱਸ ਨਹੀਂ ਸਕਦਾ ਜੀ। ਚੰਗਾ ਭਲਾ ਬੰਦਾ ਗਿਆ ਤੇ ਉੱਥੋਂ ਵਾਪਸ ਨਹੀਂ ਆਉਂਦਾ ਜੀ। ਮੈਂ ਤੇ ਰੋਜ਼ ਮੇਰੀਆਂ ਐਂਬੂਲੈਂਸ ਜਾਂਦੀਆਂ ਨੇ, ਦੇਖਣਾ ਵਾ ਜੀ। ਕਿਸੇ ਬੰਦੇ ਨੇ ਨਹੀਂ ਕਿਹਾ ਕਿ ਸਾਡਾ ਪੇਸ਼ੈਂਟ ਬਹੁਤ ਸੀਰੀਅਸ ਸੀ। ਛੋਟੀ ਜਿਹੀ ਬਿਮਾਰੀ ਨਾਲ ਵੀ ਜਿਹੜਾ ਹਸਪਤਾਲ ਗਿਆ ਤੇ ਉਹਦਾ ਵਾਪਸ ਆਉਣਾ ਮੁਸ਼ਕਿਲ ਹੀ ਹੋਇਆ ਜੀ ਉੱਥੋਂ। ਜੀ। ਮੈਂ ਡਾਕਟਰਾਂ ਕੋਲੋਂ ਪੁੱਛ ਕੇ ਘਰ 'ਚ ਟ੍ਰੀਟਮੈਂਟ ਲੈ ਰਿਹਾ ਜੀ 6 ਦਿਨ ਤੋਂ। ਜੀ। ਦਿੱਲੀ ਦੇ ਹਸਪਤਾਲਾਂ ਦੇ ਵੀ ਕਿਤੇ ਨਾ ਕਿਤੇ ਅਣਗਹਿਲੀ ਰਹਿ ਰਹੀ ਹੈ। ਕਈ ਹਸਪਤਾਲਾਂ ਦੇ ਵਿੱਚ ਲਾਸ਼ਾਂ ਵੀ ਏਦਾਂ ਹੀ ਰਹਿ ਗਈਆਂ ਜਿਹੜੀਆਂ ਤੁਹਾਡੇ ਵਰਗੀਆਂ ਸੰਸਥਾਵਾਂ ਵੱਲੋਂ ਬਾਹਰ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਇਹ ਪਰਿਵਾਰਕ ਮੈਂਬਰਾਂ ਵੱਲੋਂ ਹੀ ਅਜਿਹਾ ਕੀਤਾ ਗਿਆ ਕਿ ਜਾਂ ਕਿਤੇ ਨਾ ਕਿਤੇ ਹਸਪਤਾਲਾਂ ਦੀ ਵੀ ਅਜਿਹੀ ਅਣਗਹਿਲੀ ਰਹੀ ਹੈ? ਦੇਖੋ ਸਾਡੇ ਕੋਲ 3 ਤਰੀਕੇ ਦੀਆਂ ਸੇਵਾਵਾਂ ਆਈਆਂ ਸਾਡੇ ਕੋਲ। ਇੱਕ ਤੇ ਕਰੋਨਾ ਦੀ ਡੈਥ ਹੋਈ, ਪ੍ਰਸ਼ਾਸਨ ਨੇ ਸਾਨੂੰ ਦੱਸਿਆ ਜਾਂ ਪਰਿਵਾਰ ਨੇ ਦੱਸਿਆ ਤੇ ਅਸੀਂ ਬੋਡੀ ਨੂੰ ਮੋਰਚਰੀ ਤੋਂ ਸ਼ਮਸ਼ਾਨ ਘਾਟ ਪਹੁੰਚਾਇਆ। ਜੀ। ਇਹ ਰੂਟੀਨ ਹੋ ਗਿਆ।
ਇੱਕ ਹੈਗਾ ਕਿ ਡੈਡ ਬੋਡੀ ਮਿਲ ਗਈ ਹੈ ਕਰੋਨਾ ਦੀ, ਪਰ ਪਰਿਵਾਰ ਵਾਲੇ ਸਾਰੇ ਕੁਆਰੰਟਾਈਨ ਹੈਗੇ ਨੇ, ਉਹ ਜੀ ਨਹੀਂ ਜਾ ਸਕਦੇ ਬਾਹਰ, ਘਰੋਂ ਨਿਕਲ ਨਹੀਂ ਸਕਦੇ, ਕਾਨੂੰਨ ਐਸਾ ਹੈਗਾ। ਜੀ ਉਹ ਨੈਚੁਰਲ ਮਜਬੂਰੀ ਹੈ। ਫਿਰ ਉਹ ਸਾਨੂੰ ਫੋਨ ਕਰਦੇ ਆ ਸ਼ਹੀਦ ਭਗਤ ਸਿੰਘ ਸੇਵਾ ਦਲ ਨੂੰ। ਜੀ ਸਾਡਾ ਨੰਬਰ ਇੱਥੇ ਮਸ਼ਹੂਰ ਹੈ 8750905050। ਜੀ ਉਹ ਫਿਰ ਅਸੀਂ ਜਾ ਕੇ ਆਪਣੇ ਸੇਵਾਦਾਰਾਂ ਨੂੰ ਨਾਲ ਲਿਜਾ ਕੇ, ਵਾਰੀਅਰਸ ਨਾਲ ਜਾ ਕੇ, ਖੁਦ ਆਪਣੇ ਹੱਥ ਨਾਲ ਡੈਡ ਬੋਡੀ ਨੂੰ ਚੁੱਕ ਕੇ ਪੈਕ ਕਰਕੇ ਜੀ ਸੰਸਕਾਰ ਕੀਤੇ ਜੀ। ਆਪਾਂ ਤਕਰੀਬਨ 200 ਤੋਂ ਉੱਪਰ ਲਾਸ਼ਾਂ ਦੇ ਸੰਸਕਾਰ ਕੀਤੇ ਜੀ ਮੈਂ। ਜੀ ਤੇ ਤੀਸਰੇ ਇੱਕ ਐਸੇ ਕੇਸ ਵੀ ਆਏ ਸਾਡੇ ਕੋਲ, ਘਰ ਵਾਲੇ ਬੋਡੀ ਛੱਡ ਕੇ ਦੌੜ ਗਏ ਜੀ। ਜੀ ਕਹਿੰਦੇ ਜੀ ਅਸੀਂ ਹੱਥ ਨਹੀਂ ਲਾਵਾਂਗੇ, ਤੁਸੀਂ ਕਰ ਦਿਓ ਸੰਸਕਾਰ। ਜੀ ਇਹ ਕਿੰਨਾ ਕੁ ਮੁਸ਼ਕਿਲ ਰਹਿੰਦਾ ਸੀ ਤੁਹਾਡੇ ਲਈ ਇਹ ਕੰਮ? ਹਾਂਜੀ, ਇਹ ਬਹੁਤ ਵਧੀਆ ਸਮਾਜ ਭਲਾਈ ਦਾ ਤੁਸੀਂ ਕੰਮ ਕਰ ਰਹੇ ਸੀ, ਮਨੁੱਖਤਾ ਦੀ ਸੇਵਾ ਕਰ ਰਹੇ ਸੀ। ਇਹ ਕਿੰਨਾ ਕੁ ਔਖਾ ਰਿਹਾ ਤੁਹਾਡੇ ਲਈ ਇਹ ਕੰਮ? ਸਾਡੇ ਵਾਸਤੇ ਔਖਾ ਇਸ ਕਰਕੇ ਨਹੀਂ ਰਿਹਾ ਕਿ 25 ਸਾਲ ਤੋਂ ਸ਼ਹੀਦ ਭਗਤ ਸਿੰਘ ਸੇਵਾ ਦਲ ਦਿੱਲੀ ਚੱਲ ਰਿਹਾ ਹੈ। ਜੀ ਸਾਡੇ ਕੋਲ 12 ਐਂਬੂਲੈਂਸਾਂ ਚੱਲ ਰਹੀਆਂ ਨੇ, ਔਰ ਸਾਨੂੰ ਪੂਰਾ ਐਕਸਪੀਰੀਅੰਸ ਸੀ। ਔਰ ਜਿਹੜੀ ਅਸੀਂ ਇੱਥੇ ਲਾਸ਼ਾਂ ਦੀ ਸੇਵਾ ਕੀਤੀ ਹੈ, ਆਪੇ ਨਹੀਂ ਕੀਤੀ, ਸਾਨੂੰ ਪ੍ਰਸ਼ਾਸਨ ਨੇ ਬਕਾਇਦਾ ਲੈਟਰ ਦਿੱਤਾ ਰਿਟਨ 'ਚ ਕਿ ਸਾਨੂੰ ਜੀ ਤੁਹਾਡੀ ਸੇਵਾ ਦੀ ਲੋੜ ਹੈ। ਹੂੰ ਤਾਂ ਅਸੀਂ ਸੇਵਾ ਸ਼ੁਰੂ ਕੀਤੀ ਹੈ। ਔਰ ਅੱਜ ਪੂਰੀ ਦਿੱਲੀ ਵਿੱਚ ਸਾਡੀਆਂ 16 ਗੱਡੀਆਂ ਹੋ ਗਈਆਂ ਨੇ, ਜੀ ਔਰ ਤਕਰੀਬਨ 250 ਤੋਂ ਜ਼ਿਆਦਾ ਲਾਸ਼ਾਂ ਕਰੋਨਾ ਦੀ ਚੁੱਕੀਆਂ ਨੇ। ਜਿਹੜੇ ਪੇਸ਼ੈਂਟ ਨੂੰ ਐਂਬੂਲੈਂਸ ਦਿੱਤੀ ਹੈ ਕਰੋਨਾ ਦੇ, ਉਹ 300 ਤੋਂ ਜ਼ਿਆਦਾ ਨੇ। ਇਸ ਕਰਕੇ ਸਾਨੂੰ ਕੋਈ ਔਖਿਆਈ ਨਹੀਂ ਹੋਈ, ਕਿਉਂਕਿ ਸਾਨੂੰ ਸੇਵਾ ਕਰਨ ਦਾ ਐਕਸਪੀਰੀਅੰਸ ਸੀ। ਔਰ ਹਜੇ ਵੀ ਮੇਰਾ ਪਰਿਵਾਰ ਕੁਆਰੰਟਾਈਨ ਹੈ, ਲੇਕਿਨ ਪੂਰਾ ਕੰਮ ਸ਼ਹੀਦ ਭਗਤ ਸਿੰਘ ਸੇਵਾ ਦਲ ਦਾ ਉੱਦਾਂ ਹੀ ਚੱਲ ਰਿਹਾ ਜੀ। ਜੀ ਇਹ ਕਿਵੇਂ ਫਿਰ ਕੌਣ ਮੈਨੇਜ ਕਰ ਰਿਹਾ? ਹੁਣ ਤੁਸੀਂ ਘਰੋਂ ਦੇਖ ਰਹੇ ਹੋ, ਮੈਨੇਜ ਕਰ ਰਹੇ ਹੋ? ਮੇਰੇ ਪੂਰੇ ਮੈਨੇਜਰ ਹੈ ਜੀ, ਸਾਡੇ ਵਲੰਟੀਅਰ ਹੈ ਜੀ, ਸਾਡੇ ਕੋਲ ਡਰਾਈਵਰ ਹੈ ਜੀ, ਟੈਲੀਫੋਨ ਨੰਬਰ ਕੰਟਰੋਲ ਰੂਮ ਤੋਂ ਹੈ ਜੀ, ਸਾਰਾ ਨੈਟਵਰਕ ਬਣਿਆ ਹੋਇਆ ਜੀ ਬਾਬਾ ਜੀ ਦੀ ਕਿਰਪਾ ਨਾਲ। 10-15 ਡੈਡ ਬੋਡੀ ਦੀ ਡੇਲੀ ਐਵਰੇਜ ਹੈ ਜੀ। ਜੀ ਇਹ ਸੇਵਾ ਕਰਦੇ ਤੁਸੀਂ ਕਾਫੀ ਸਮੇਂ ਤੋਂ ਸੇਵਾ ਕਰ ਰਹੇ ਹੋ। ਜਦੋਂ ਦਾ ਕਰੋਨਾ ਵਾਇਰਸ ਸ਼ੁਰੂ ਹੋਇਆ ਉਦੋਂ ਤੋਂ ਹੀ ਤੁਸੀਂ ਡੈਡ ਬੋਡੀ ਦੇ ਸੰਸਕਾਰ ਕਰ ਰਹੇ ਹੋ। ਕਦੇ ਮਨ ਦੇ ਵਿੱਚ ਡਰ ਨਹੀਂ ਸੀ ਪੈਦਾ ਹੋਇਆ ਕਿ ਕਿਤੇ ਨਾ ਕਿਤੇ, ਕਦੇ ਨਾ ਕਦੇ ਇਹ ਸੇਵਾ ਕਰਦੇ ਕਰਦੇ ਕਦੇ ਖੁਦ ਵੀ ਨਾ ਕਰੋਨਾ ਵਾਇਰਸ ਤੋਂ ਪੀੜਤ ਹੋ ਜਾਈਏ? ਦੇਖੋ ਜੀ, 25 ਸਾਲ ਤੋਂ ਸੇਵਾ ਕਰ ਰਹੇ ਸੀ, ਸਾਨੂੰ ਲੋਕਾਂ ਨੇ ਬੜਿਆਂ ਨੇ ਕਿਹਾ ਕਿ ਮੁੜ ਜਾਓ, ਤੁਸੀਂ ਅੱਛਾ ਨਹੀਂ ਕਰ ਰਹੇ, ਬਿਮਾਰ ਹੋ ਜਾਓਗੇ। ਪਰ ਮੇਰਾ ਇੱਕੋ ਕਹਿਣਾ ਸੀ ਕਿ ਜਨੂਨ ਜਿਹੜਾ ਕੰਮ ਕਰਨ ਦਾ, ਜ਼ਿੰਦਗੀ ਜਨੂਨ ਨਹੀਂ ਛੱਡਣਾ ਚਾਹੀਦਾ। ਭਗਤ ਸਿੰਘ ਨੂੰ ਜਨੂਨ ਸੀ, ਭਗਤ ਸਿੰਘ ਨੇ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ, ਲੇਕਿਨ ਆਪਣਾ ਜਨੂਨ ਨਹੀਂ ਛੱਡਿਆ। ਸਾਡੇ ਸਾਹਿਬ ਸ਼੍ਰੀ ਗੋਬਿੰਦ ਸਿੰਘ ਨੇ ਪੂਰਾ ਵੰਸ਼ ਵਾਰ ਦਿੱਤਾ, ਜਨੂਨ ਨਹੀਂ ਛੱਡਿਆ। ਜੇ ਅਸੀਂ 25 ਸਾਲ ਸੇਵਾ ਕਰ ਰਹੇ ਸੀ, ਅੱਜ ਦੇਸ਼ ਦੇ ਉੱਤੇ ਔਖੀ ਘੜੀ ਆਈ ਹੈ, ਜੇ ਅੱਜ ਅਸੀਂ ਸੇਵਾ ਨਹੀਂ ਕਰਨੇ ਆ ਤੇ ਦੇਸ਼ ਦਾ ਸਾਡੇ ਉੱਤੇ ਕਰਜ਼ਾ ਰਹਿ ਜਾਏਗਾ। ਇਹ ਸੋਚ ਕੇ ਅਸੀਂ ਪੂਰੀ ਸੇਵਾ ਕੀਤੀ ਹੈ। ਤੇ ਸਾਡੀ ਜਾਨ ਵੀ ਚਲੀ ਜਾਏ ਤਾਂ ਪਰਵਾਹ ਨਹੀਂ ਹੈ ਜੀ। ਕੰਮ ਚੱਲਦਾ ਰਹਿਣਾ ਚਾਹੀਦਾ ਸੇਵਾ ਦਾ, ਸੇਵਾ ਚੱਲੇਗੀ ਜੀ, ਰੈਗੂਲਰ ਚੱਲੇਗੀ ਜੀ। ਤੁਸੀਂ ਖੁਦ ਵੀ ਸਾਬਕਾ ਵਿਧਾਇਕ ਰਹੇ ਹੋ, ਬੀਜੇਪੀ ਵੱਲੋਂ ਚੋਣ ਵੀ ਲੜੀ, ਤੁਸੀਂ ਵਿਧਾਇਕ ਵੀ ਬਣੇ। ਇਹ ਸੇਵਾ ਦੇ ਵਿੱਚ ਵੀ ਤੁਹਾਡੇ ਨਾਲ ਕੋਈ ਪੋਲੀਟੀਕਲ ਪਾਰਟੀਆਂ ਨੇ ਸਹਿਯੋਗ ਦਿੱਤਾ ਤੁਹਾਡਾ? ਮੈਂ ਜੀ 3 ਵਾਰ ਇਲੈਕਟਡ ਰਿਹਾ। ਪਹਿਲੀ ਵਾਰੀ ਇੰਡੀਪੈਂਡੈਂਟ ਕਾਉਂਸਲਰ ਰਿਹਾ ਜੀ ਮੈਂ ਦਿੱਲੀ ਦੇ ਵਿੱਚ। ਫਿਰ ਮੈਨੂੰ ਅਕਾਲੀ ਦਲ ਬੀਜੇਪੀ ਨੇ ਕਾਉਂਸਲਰ ਬਣਾਇਆ, ਫਿਰ ਅਕਾਲੀ ਦਲ ਬੀਜੇਪੀ ਨੇ ਮੈਨੂੰ ਐਮਐਲਏ ਬਣਾਇਆ ਜੀ। ਤੇ ਅੱਜ ਤੱਕ ਮੈਂ ਜਦੋਂ ਦੀ ਸੇਵਾ ਸ਼ੁਰੂ ਕੀਤੀ ਹੈ, ਅੱਜ ਤੱਕ ਮਤਲਬ ਕੋਈ ਕਿਸੇ ਵੀ ਦਿੱਲੀ ਦੀ ਧਾਰਮਿਕ, ਸਮਾਜਿਕ, ਰਾਜਨੀਤਿਕ ਕਿਸੇ ਪਾਰਟੀ ਨੇ ਸ਼ਹੀਦ ਭਗਤ ਸਿੰਘ ਸੇਵਾ ਦਲ ਨੂੰ ਕੋਈ ਉਹਦੇ ਸਮਰਥਨ ਨਹੀਂ ਦਿੱਤਾ ਅਜੇ ਤੱਕ ਜੀ। ਕੋਈ ਵੀ ਲੀਡਰ ਨੇ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ? ਹਜੇ ਤੱਕ ਕੋਈ ਵੀ ਸਾਡੇ ਜਿਹੜੇ ਨੈਸ਼ਨਲ ਲੀਡਰ ਕਿਸੇ ਨੇ ਨਹੀਂ ਕੀਤੀ। ਸਾਡੇ ਦਿੱਲੀ ਦੇ ਜਿਹੜੇ ਅਕਾਲੀ ਆਗੂ ਹੈਗੇ ਨੇ, ਉਹਨਾਂ ਨਾਲ ਸਾਡੀ ਫੋਨ ਤੇ ਗੱਲ ਚੱਲਦੀ ਰਹਿੰਦੀ ਹੈ, ਸਾਡੇ ਪ੍ਰਧਾਨ ਜਿਹੜੇ ਨੇ। ਅਦਰਵਾਈਜ਼ ਕੋਈ ਨੈਸ਼ਨਲ ਲੈਵਲ ਤੋਂ ਸਾਨੂੰ ਕਿਸੇ ਨੇ ਕੋਈ ਫੋਨ ਨਹੀਂ ਕੀਤਾ, ਕਿਸੇ ਵੀ ਪਾਰਟੀ ਦਾ। ਹਾਂ, ਜਦੋਂ ਅਸੀਂ ਐਂਬੂਲੈਂਸ ਚਲਾ ਰਹੇ ਸੀ, ਡੈਡ ਬੋਡੀਆਂ ਚੁੱਕ ਰਹੇ ਸੀ, ਤੇ ਮੈਨੂੰ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਜੀ ਦਾ ਫੋਨ ਆਇਆ ਸੀ। ਉਹਨੇ ਮੈਨੂੰ ਵਧਾਈ ਦਿੱਤੀ ਕਿ ਸ਼ੰਟੀ ਜੀ ਆਪ ਬਹੁਤ ਅੱਛਾ ਕੰਮ ਕਰ ਰਹੇ ਹੋ। ਜੀ, ਇਹ ਕਾਬਿਲੇ ਤਾਰੀਫ ਹੀ ਤੁਹਾਡਾ ਕੰਮ ਜਿਹੜਾ ਤੁਸੀਂ ਕਰ ਰਹੇ ਹੋ। ਹੁਣ ਵੀ ਕਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਬਾਵਜੂਦ ਤੁਸੀਂ ਘਰੋਂ ਹੀ ਇਹ ਸਭ ਮੈਨੇਜ ਕਰ ਰਹੇ ਹੋ। ਦਿੱਲੀ ਸਰਕਾਰ ਦੀ ਕਾਰਗੁਜ਼ਾਰੀ ਕੀ ਦੇਖਦੇ ਹੋ? ਦਿੱਲੀ ਸਰਕਾਰ ਵੱਲੋਂ ਵੀ, ਆਮ ਆਦਮੀ ਪਾਰਟੀ ਵੱਲੋਂ ਵੀ ਤੁਹਾਡੀ ਕੋਈ ਮਦਦ ਕੀਤੀ ਗਈ ਸੀ?
ਸਾਡੀ ਕੋਈ ਮਦਦ ਨਹੀਂ ਕੀਤੀ ਗਈ ਜੀ, ਨਾ ਪੁੱਛਿਆ ਗਿਆ, ਨਾ ਮਦਦ ਕੀਤੀ ਗਈ, ਜਦਕਿ ਜੋ ਅਸੀਂ ਲਾਸ਼ਾਂ ਚੁੱਕ ਰਹੇ ਹਾਂ ਇਹ ਜੀ ਦਿੱਲੀ ਸਰਕਾਰ ਦੇ ਹੀ ਹਸਪਤਾਲਾਂ ਤੋਂ ਚੁੱਕ ਰਹੇ ਹਾਂ। ਇਹ ਕੰਮ ਉਹਨਾਂ ਦਾ ਸੀ ਜਿਹੜਾ ਅਸੀਂ ਕਰ ਰਹੇ ਹਾਂ ਜੀ। ਜੀ ਇਹ ਦਿੱਲੀ ਇੱਕ ਸਰਕਾਰ ਇੱਕ ਦੇ ਕੰਮ। ਜੀ ਇਹ ਕਿਵੇਂ ਫਿਰ ਪੀਪੀ ਕਿੱਟਾਂ ਪਾ ਕੇ ਤੁਸੀਂ ਖੁਦ ਵੀ ਨਾਲ ਜਾਂਦੇ ਹੁੰਦੇ ਸੀ ਜਾਂ ਤੁਹਾਡੇ ਬਾਕੀ ਮੈਂਬਰ ਉੱਥੇ ਸੰਸਕਾਰ ਕਰਦੇ ਸੀ? ਕਿਵੇਂ ਇਹ ਸਾਰਾ ਪ੍ਰੋਸੀਜਰ ਕਿਵੇਂ ਰਹਿੰਦਾ ਸੀ? ਡੈਡ ਬੋਡੀਆਂ ਚੁੱਕਣ ਵਾਸਤੇ ਤਾਂ ਸਾਡੇ ਡਰਾਈਵਰ ਜਾਂਦੇ ਸੀ ਜੀ, ਲੇਕਿਨ ਜਦੋਂ ਕੋਈ ਪਰਿਵਾਰ ਦੇ ਵਿੱਚ ਵਿਛੋੜਾ ਹੋ ਜਾਂਦਾ ਸੀ ਔਰ ਕਰਨ ਵਾਲਾ ਕੋਈ ਨਹੀਂ ਹੁੰਦਾ ਸੀ, ਉੱਥੇ ਮੈਂ ਆਪਣੇ ਹੱਥ ਨਾਲ ਕਰਦਾ ਸੀ ਜਾ ਕੇ ਖੁਦ। ਜੀ ਜੀ ਉਹ ਮੈਂ ਕਿਸੇ ਦੇ ਭਰੋਸੇ ਨਹੀਂ। ਜੀ ਜੀ ਤੁਹਾਡੇ ਬੇਟੇ ਵੀ ਨਾਲ ਹੀ ਜਾਂਦੇ ਸੀ ਫਿਰ ਤੁਹਾਡੇ? ਬਿਲਕੁਲ ਜੀ, ਅਸੀਂ ਅਲੱਗ-ਅਲੱਗ ਕੰਮ ਸੌਂਪੇ ਹੋਏ ਸੀ। ਜੀ ਕੋਈ ਸ਼ਮਸ਼ਾਨ ਘਾਟ ਦੇਖਦਾ ਸੀ, ਕਿਉਂਕਿ ਇੱਕ ਪੂਰਾ ਸ਼ਮਸ਼ਾਨ ਘਾਟ ਅਸੀਂ ਆਪਣਾ ਰਨ ਕਰਦੇ ਹਾਂ ਜੀ ਯਮੁਨਾ ਸ਼ਾਦਰੇ ਦੇ ਵਿੱਚ। ਜੀ ਔਰ ਉਸ ਸ਼ਮਸ਼ਾਨ ਘਾਟ ਵਿੱਚ ਕੋਈ ਵੀ ਆ ਜਾਏ, ਗਰੀਬ ਆਦਮੀਆਂ ਦੇ ਲੱਕੜ ਫ੍ਰੀ ਹੈ ਜੀ ਉਹਦੀ ਜੀ ਸੰਸਕਾਰ ਦੀ। ਜੀ ਆਪਣੇ ਕੰਮ ਵੰਡੇ ਹੋਇਆ ਜੀ ਅਸੀਂ ਆਪਣੇ। ਜੀ ਕਿੰਨੀਆਂ ਐਂਬੂਲੈਂਸ ਚੱਲ ਰਹੀਆਂ ਤੁਹਾਡੀਆਂ ਉੱਥੇ ਦਿੱਲੀ ਦੇ ਵਿੱਚ? ਇਸ ਵੇਲੇ 16 ਹੈ ਜੀ ਮੇਰੇ ਕੋਲ। ਜੀ ਤੇ ਕਿੰਨੇ ਮੈਂਬਰ ਤੁਹਾਡੀ ਇਸ ਐਨਜੀਓ ਦੇ ਵਿੱਚ ਕੰਮ ਕਰ ਰਹੇ ਨੇ? ਮੈਂਬਰ ਤਾਂ ਸਾਡੇ ਕੋਲ 500 ਤੋਂ ਉੱਪਰ ਹੈ ਜੀ, ਲੇਕਿਨ ਕਰੋਨਾ ਦੇ ਕਰਕੇ ਕਈ ਲੋਕ ਡਰ ਡੁਰ ਗਏ ਜੀ, ਤੇ ਆਪਾਂ 32 ਕੁ ਬੰਦੇ ਹੈਗੇ ਜਿਹੜੇ ਬੜਾ ਐਕਟਿਵਲੀ ਕੰਮ ਕਰ ਰਹੇ 4 ਮਹੀਨੇ ਤੋਂ। 32 ਬੰਦੇ ਜੀ। ਜੀ ਇਹ ਫਿਰ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਕਰੋਨਾ ਵਾਇਰਸ ਤੋਂ ਪੀੜਤ ਹੋਏ ਹੋ ਇਸ ਐਨਜੀਓ ਦੇ ਵਿੱਚ, ਕਿਉਂਕਿ ਕਾਫੀ ਸਾਰੇ ਮੈਂਬਰ ਇਹ ਸੇਵਾ ਕਰ ਰਹੇ ਸੀ, ਜਿਹੜੇ ਕਰੋਨਾ ਵਾਇਰਸ ਦੇ ਮਰੀਜ਼ ਸੀ ਉਹਨਾਂ ਦਾ ਸੰਸਕਾਰ ਕਰ ਰਹੇ ਸੀ। ਕਾਫੀ ਰਿਸਕ ਵਾਲਾ ਕੰਮ ਸੀ ਇਹ। ਬਿਲਕੁਲ ਜੀ, ਜਦ ਮੈਂ ਨੇੜੇ ਸੀ ਨੈਚੁਰਲੀ ਅੱਗ ਮੇਰੇ ਕੋਲ ਹੀ ਆਣੀ ਸੀ, ਅੱਗ ਮੇਰੇ ਤੱਕ ਹੀ ਆਈ ਹੈ। ਜੀ ਸ਼ੁਰੂਆਤ ਮੇਰੇ ਤੋਂ ਹੋਈ ਹੈ। ਜੀ ਮੈਨੂੰ ਕੋਈ ਡਰ ਨਹੀਂ ਹੈ ਇਹਦਾ। ਜੋ ਪ੍ਰਮਾਤਮਾ ਨੇ ਔਖੀ ਘੜੀ ਆਈ ਹੈ, ਮੈਨੂੰ ਉਹਦਾ ਕੋਈ ਡਰ ਨਹੀਂ, ਕਿਸੇ ਪ੍ਰਕਾਰ ਦਾ ਮੈਨੂੰ ਡਰ ਨਹੀਂ ਹੈ ਜੀ ਪੂਰੇ ਪੰਜਾਬ ਅਤੇ ਦਿੱਲੀ ਦੇ ਵਿੱਚ ਵੀ ਪਤਾ ਵੀ ਜਤਿੰਦਰ ਸਿੰਘ ਸ਼ੈਂਟੀ ਹੋਣਾ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ। ਜਦੋਂ ਹੁਣ ਕਰੋਨਾ ਵਾਇਰਸ ਤੋਂ ਤੁਸੀਂ ਪੀੜਤ ਹੋਏ ਹੋ, ਹੁਣ ਤੁਹਾਡੇ ਤੱਕ ਕਿਸੇ ਲੀਡਰ ਨੇ ਜਾਂ ਕਿਸੇ ਸਰਕਾਰੀ ਨੁਮਾਇੰਦੇ ਨੇ ਤੁਹਾਡੇ ਤੱਕ ਪਹੁੰਚ ਕੀਤੀ? ਮੈਨੂੰ ਫੇਸਬੁੱਕ ਤੇ 70 ਲੱਖ ਲੋਕਾਂ ਨੇ ਵਿਸ਼ ਦਿੱਤੀ, 70 ਲੱਖ ਲੋਕਾਂ ਨੇ ਜੀ। ਲੇਕਿਨ ਉਹਨਾਂ 70 ਲੱਖ ਲੋਕਾਂ ਵੱਲ ਸ਼ਾਇਦ ਨਿਗਾਹ ਨਹੀਂ ਗਈ ਹੋਏਗੀ ਉਹਨਾਂ ਦੀ। ਜੀ ਹੋ ਸਕਦਾ ਨਿਗਾਹ ਨਾ ਗਈ ਹੋਵੇ ਉਹਨਾਂ ਦੀ। ਹੁਣ ਤੁਹਾਨੂੰ ਕਿੰਨੇ ਦਿਨ ਲਈ ਕੁਆਰੰਟਾਈਨ ਕੀਤਾ ਗਿਆ ਘਰ ਦੇ ਵਿੱਚ? ਅਸੀਂ ਲੋਕ 14 ਦਿਨ ਵਾਸਤੇ ਕੁਆਰੰਟਾਈਨ ਆ, ਸਾਡਾ 6ਵਾਂ ਦਿਨ ਹੈ ਅੱਜ। ਜੀ ਤੁਹਾਡੇ ਕੋਈ ਸਿੰਪਟਮ ਨਿਕਲ ਕੇ ਸਾਹਮਣੇ ਆਏ ਸੀ ਜਿਸ ਕਾਰਨ ਤੁਸੀਂ ਕਰੋਨਾ ਵਾਇਰਸ ਦਾ ਟੈਸਟ ਕਰਵਾਇਆ ਫਿਰ? ਮੈਂ ਜਦੋਂ 1 ਹਫ਼ਤਾ ਪਹਿਲੇ ਕਰਾਇਆ ਸੀ ਤਾਂ ਨੈਗੇਟਿਵ ਸੀ, ਲੇਕਿਨ ਹੁਣ ਜਦੋਂ ਕਰਾਇਆ ਦੁਬਾਰਾ ਮੈਨੂੰ ਹਲਕਾ ਜਿਹਾ ਸਰੀਰ ਟੁੱਟ ਰਿਹਾ ਸੀ, ਆਲਸ ਆ ਰਿਹਾ ਸੀ, ਬੁਖਾਰ ਸੀ, ਤੇ ਫਿਰ ਸਾਰੇ ਪਰਿਵਾਰ ਨੇ ਇਕੱਠੇ ਟੈਸਟ ਕਰਾਇਆ, ਸਾਰੇ ਦੇ ਇਕੱਠੇ ਨਿਕਲੇ। 3 ਮੇਰੇ ਬੇਟਾ, ਮੇਰੀ ਮਿਸਿਸ ਤੇ ਮੇਰਾ ਇਕੱਠਾ ਨਿਕਲਿਆ। ਵੱਡੇ ਬੇਟੇ ਦਾ ਕੱਲ ਨਿਕਲਿਆ ਜੀ। ਜੀ ਇਸ ਤੋਂ ਪਹਿਲਾਂ ਵੀ ਤੁਸੀਂ ਸੇਵਾ ਕਰਦੇ ਸੀ। ਕਰੋਨਾ ਵਾਇਰਸ ਜਿਹੀ ਭਿਆਨਕ ਬਿਮਾਰੀ ਤੋਂ ਕੁਝ ਲੋਕਾਂ ਦੇ ਆਪਣੇ ਹੀ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀਆਂ ਲਾਸ਼ਾਂ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਕੀ ਅਜਿਹੇ ਲੋਕ ਵੀ ਹੈਗੇ ਸੀ ਕਿ ਜਾਂ ਕੁਝ ਲੋਕਾਂ ਦੀ ਮਜਬੂਰੀ ਸੀ ਜਿਸ ਕਾਰਨ ਉਹ ਲਾਸ਼ਾਂ ਨਹੀਂ ਲੈ ਸਕੇ ਆਪਣੇ ਪਰਿਵਾਰਕ ਮੈਂਬਰਾਂ ਦੀਆਂ? ਨਹੀਂ, ਕੁਛ ਦੀ ਮਜਬੂਰੀ ਤੇ ਜੈਨੂਇਨ ਸੀ ਕਿ ਜੀ ਘਰ ਦੇ ਵੱਡੇ ਬੰਦੇ ਦੀ ਡੈਥ ਹੋ ਗਈ, ਲੇਕਿਨ ਘਰ ਵਾਲੇ ਕੁਆਰੰਟਾਈਨ ਹੈ, ਜੀ ਉਹ ਨਿਕਲ ਨਹੀਂ ਸਕਦੇ ਘਰੋਂ ਬਾਹਰ, ਸਰਕਾਰ ਦਾ ਆਦੇਸ਼ ਹੈ। ਜੀ ਉਹ ਤਾਂ ਮਜਬੂਰੀ ਹੋ ਗਈ। ਮਜਬੂਰੀ ਵਾਲੀ ਗੱਲ ਤਾਂ ਠੀਕ ਹੈ। ਇਸ ਤਰ੍ਹਾਂ ਦੇ ਇੱਕ ਪੈਰਾਮਿਲਟਰੀ ਦੇ ਜਵਾਨ ਦਾ ਵੀ ਮੈਂ ਕਰਾਇਆ ਸੰਸਕਾਰ, ਜਿਹੜਾ ਕਿ ਹਸਪੀਟਲ ਐਡਮਿਟ ਸੀ, ਲੇਕਿਨ ਪਰਿਵਾਰ ਸਾਰਾ ਕੁਆਰੰਟਾਈਨ ਸੀ, ਬੱਚੇ ਛੋਟੇ ਸੀ। ਜੀ ਇਸ ਤਰ੍ਹਾਂ ਹੀ 21 ਸਾਲ ਦੀ ਬੱਚੀ ਦਾ ਕਰਾਇਆ ਮੈਂ, ਬਹੁਤ ਕਰਾਏ ਨੇ, ਮਤਲਬ ਬੇਗਿਣਤ ਕਰਾਏ ਨੇ। ਜੀ ਉਹਨਾਂ ਦੀ ਜੈਨੂਇਨ ਮਜਬੂਰੀ ਹੁੰਦੀ ਹੈ, ਲੇਕਿਨ ਕੁਝ ਲੋਕ ਐਸੇ ਸੀ ਜਿਹੜੇ ਲਾਸ਼ ਦੇਖ ਕੇ ਕਰੋਨਾ ਦੇ ਡਰ ਤੋਂ ਭੱਜ ਗਏ, ਜੀ ਨੇੜੇ ਵੀ ਨਹੀਂ ਆਏ। ਉਹ ਕਹਿੰਦੇ ਜੀ ਆਪੇ ਕਰਾ ਦਿਓ ਸੰਸਕਾਰ, ਅਸੀਂ ਨਹੀਂ ਆਵਾਂਗੇ, ਅਸੀਂ ਅਸਥੀਆਂ ਵੀ ਲੈਣੀਆਂ ਨਹੀਂ, ਫੁੱਲ ਵੀ ਨਹੀਂ ਚਾਹੀਦੇ ਸਾਨੂੰ। ਜੀ 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 ਬਿਲਕੁਲ। ਕਰੋਨਾ ਵਾਇਰਸ ਤੋਂ ਤੁਸੀਂ ਜਦੋਂ ਤੁਹਾਡਾ ਟੈਸਟ ਪੋਜ਼ਿਟਿਵ ਆਇਆ, ਤੁਹਾਡੇ ਜਿਹੜੇ ਮੈਂਬਰ ਐਨਜੀਓ ਦੇ ਬਾਕੀ ਮੈਂਬਰ ਜਿਹੜੇ ਬਾਹਰ ਕੰਮ ਕਰ ਰਹੇ ਨੇ, ਉਹਨਾਂ ਦਾ ਹੌਸਲਾ ਉਸੇ ਤਰ੍ਹਾਂ ਬਣਿਆ ਹੋਇਆ ਕਿ ਜਾਂ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਕਿ ਇਹਨਾਂ ਦੀ ਕਰੋਨਾ ਵਾਇਰਸ ਦੀ ਰਿਪੋਰਟ ਪੋਜ਼ਿਟਿਵ ਆ ਗਈ ਹੈ, ਕਿਤੇ ਅਸੀਂ ਵੀ ਇਸ ਦੀ ਲਪੇਟ ਦੇ ਵਿੱਚ ਨਾ ਆ ਜਾਈਏ? ਨਹੀਂ, ਮੈਂ ਸਾਰਿਆਂ ਨੂੰ ਪਰਸਨਲੀ ਫੋਨ ਕੀਤਾ, ਉਹਨਾਂ ਦੇ ਮਨ ਦੇ ਵਿਚਾਰ ਲਿੱਤੇ। ਜੀ ਉਹਨਾਂ ਨੇ ਸਭ ਨੇ ਕਿਹਾ ਜੀ ਸ਼ੰਟੀ ਜੀ ਤੁਸੀਂ ਘਰ ਆਰਾਮ ਨਾਲ ਲੇਟੋ, ਅਸੀਂ ਇੱਕ ਦਿਨ ਵੀ ਇੱਕ ਕੰਮ ਵੀ ਹਰਜ ਨਹੀਂ ਹੋਣ ਦਿਆਂਗੇ, ਇੱਕ ਸੇਵਾ ਹਰਜ ਨਹੀਂ ਹੋਣ ਦਿਆਂਗੇ। ਔਰ ਮੇਰਾ ਸਟਾਫ, ਮੇਰੇ ਵॉलंटियर्स, ਮੇਰੇ ਵਾਰੀਅਰ,
ਸਾਰੇ ਦਿਲ ਨਾਲ ਸੇਵਾ ਕਰਦੇ ਜੀ। ਅਸੀਂ ਵਾਰੀਅਰ ਹੈਗੇ ਸੀ, ਲੇਕਿਨ ਅੱਜ ਕੈਰੀਅਰ ਬਣ ਗਏ ਹਾਂ ਅਸੀਂ। ਜੀ। ਤੁਹਾਡੀ ਸਿਹਤ ਦੇ ਵਿੱਚ ਸੁਧਾਰ ਆ ਰਿਹਾ? ਕੋਈ ਹੁਣ ਘਰ ਦੇ ਵਿੱਚ ਕੁਆਰੰਟੀਨ ਹੋ, ਇਲਾਜ ਚੱਲਦਾ ਹੋਏਗਾ ਤੁਹਾਡਾ? ਹਾਂ, ਪ੍ਰੋਪਰ ਮੇਰੀ ਡਾਕਟਰ ਨਾਲ ਸਾਰਾ ਦਿਨ ਗੱਲ ਹੁੰਦੀ ਹੈ, ਔਰ ਅੱਜ ਮੈਂ ਪਹਿਲਾ ਦਿਨ ਹੈ ਕਿ ਅੱਛੀ ਤਰ੍ਹਾਂ ਬੋਲ ਪਾ ਰਿਹਾ ਵਾਂ। ਹਜੇ ਖਾ ਨਹੀਂ ਪਾ ਰਿਹਾ ਕੁਛ ਵੀ, ਮੈਨੂੰ ਖਾਣ ਨੂੰ ਦਿਲ ਨਹੀਂ ਕਰਦਾ ਬਿਲਕੁਲ ਵੀ, ਕਿਉਂਕਿ ਜੀ ਕਰੋਨਾ ਦੇ ਸਾਈਡ ਇਫੈਕਟਸ ਬਹੁਤ ਹੈ ਜੀ। ਜੀ ਜਿਵੇਂ ਪੇਟ ਖਰਾਬ ਹੋ ਜਾਣਾ, ਲੂਜ਼ ਮੋਸ਼ਨ, ਕਫ ਹੋ ਜਾਣਾ, ਜੀ ਇਹ ਬੜੇ ਖਤਰਨਾਕ ਹੈ ਜੀ ਸਿੰਪਟਮ। ਜੀ ਲੇਕਿਨ ਉਸ ਤੋਂ ਵੀ ਖਤਰਨਾਕ ਗੱਲ ਇਹ ਹੈ ਜੀ, ਜਿਹਨੂੰ ਕਰੋਨਾ ਹੋ ਗਿਆ, ਜੀ ਉਹ ਸਮਝ ਲਓ ਲੋਕੀ ਉਹਨੂੰ ਐਵੇਂ ਸਮਝਦੇ ਕਿ ਕਿਤੇ ਟੈਰੋਰਿਸਟ ਹੈ। ਜੀ ਕੋਈ ਪੜੋਸੀ ਵੀ ਫੋਨ ਨਹੀਂ ਕਰਦਾ ਜੀ, ਕੋਈ ਜੀ ਮਹੱਲੇ ਵਾਲਾ ਨਹੀਂ ਕਰਦਾ ਜੀ, ਜੀ ਕੋਈ ਤੁਹਾਡਾ ਕੋਈ ਯਾਰ ਦੋਸਤ ਮਿੱਤਰ ਰਿਸ਼ਤੇਦਾਰ ਸਭ ਦੂਰ ਹੋ ਜਾਂਦੇ ਡਰ ਦੇ ਮਾਰੇ ਜੀ। ਘਰ ਦੇ ਹੀ ਹੋ ਜਾਂਦੇ ਜੀ, ਸਭ ਤੋਂ ਵੱਡੀ ਗੱਲ ਤੇ ਹੈ। ਜੀ, ਮੈਂ ਇਹੋ ਗੱਲ ਕਰ ਰਿਹਾ ਕਿ ਇਹ ਕਰੋਨਾ ਵਾਇਰਸ ਜਿਹੀ ਭਿਆਨਕ ਬਿਮਾਰੀ ਤੋਂ ਲੋਕ ਬਹੁਤ ਡਰੇ ਹੋਏ ਨੇ। ਹੁਣ ਜਿੱਦਾਂ ਤੁਸੀਂ ਦੱਸਿਆ ਵੀ ਤੁਹਾਨੂੰ ਪੜੋਸੀ ਵੀ ਕੋਈ ਫੋਨ ਨਹੀਂ ਕਰਦਾ, ਇਹ ਕਿਤੇ ਨਾ ਕਿਤੇ ਮਨ ਦੇ ਵਿੱਚ ਹੌਸਲਾ ਤਾਂ ਨਹੀਂ ਟੁੱਟਦਾ ਕਿ ਅਸੀਂ ਇੰਨੀ ਸੇਵਾ ਕਰਦੇ ਰਹੇ ਹਾਂ, ਅਸੀਂ ਕਰੋਨਾ ਵਾਇਰਸ ਦੇ ਮਰੀਜ਼ਾਂ ਦੀਆਂ ਲਾਸ਼ਾਂ ਦੇ ਸੰਸਕਾਰ ਤੱਕ ਕਰਦੇ ਰਹੇ ਹਾਂ, ਹੁਣ ਜਦੋਂ ਸਾਨੂੰ ਕਰੋਨਾ ਵਾਇਰਸ ਹੋਇਆ ਤਾਂ ਸਾਡਾ ਨਾਲ ਕੋਈ ਵੀ ਸੰਪਰਕ ਨਹੀਂ ਕਰ ਰਿਹਾ? ਨਹੀਂ, ਜਿੱਥੇ ਤੱਕ ਮੇਰਾ ਸੰਬੰਧ ਹੈ, ਮੈਂ ਇੱਕ ਸਮਾਜਿਕ ਬੰਦਾ ਵਾਂ ਜੀ ਤੇ ਮੈਨੂੰ ਮੇਰੇ ਦੋਸਤਾਂ ਦੇ, ਯਾਰਾਂ ਦੇ, ਮੇਰੇ ਮੈਂਬਰਾਂ ਦੇ ਬਹੁਤ ਵਿਸ਼ੇਸ਼ ਆਈਆਂ ਨੇ, ਔਰ ਸਭ ਨੇ ਇਹ ਕਿਹਾ ਕਿ ਦੱਸੋ ਕੀ ਸੇਵਾ ਕਰੀਏ, ਪਰ ਮੈਨੂੰ ਪਤਾ ਕਿ ਮੇਰੇ ਘਰ ਦੇ ਅੰਦਰ ਨਹੀਂ ਆ ਸਕਦੇ ਹੋ। ਜੀ ਇਸ ਕਰਕੇ ਮੈਂ ਉਹਨਾਂ ਦੀ ਵਿਸ਼ ਲੈ ਲੈਣਾ, ਇਹ ਕਹਿਣਾ ਅਰਦਾਸ ਕਰੋ ਸੱਚੇ ਪਾਤਸ਼ਾਹ ਠੀਕ ਕਰੇਗਾ। ਜੀ ਅਦਰਵਾਈਜ਼ ਜਿਹੜੇ ਲੋਕ ਵਿਚਾਰੇ ਗਰੀਬ ਲੋਕ ਹੈ, ਜਿਹੜੇ ਜੀ ਸਧਾਰਨ ਲੋਕ ਹੈ, ਹੂੰ ਉਹ ਵਿਚਾਰੇ ਪੁੱਛੇਗਾ ਹੀ ਨਹੀਂ। ਜਦ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੇ ਪਰਿਵਾਰ ਕੁਆਰੰਟਾਈਨ ਹੈਗੇ ਨੇ ਘਰਾਂ ਦੇ ਵਿੱਚ, ਉਹਨਾਂ ਜੀ ਨੂੰ ਸਬਜ਼ੀ ਕੌਣ ਲਿਆ ਕੇ ਦੇਗਾ? ਉਹ ਘਰੋਂ ਬਾਹਰ ਨਿਕਲ ਨਹੀਂ ਸਕਦੇ, ਜੀ ਬਾਹਰ ਦਾ ਬੰਦਾ ਅੰਦਰ ਜਾਂਦਾ ਨਹੀਂ ਡਰਦੇ ਮਾਰੇ। ਜੀ ਉਹਨਾਂ ਨੂੰ ਦੁੱਧ ਵੀ ਚਾਹੀਦਾ ਹੈ, ਸਬਜ਼ੀ ਵੀ ਚਾਹੀਦੀ ਹੈ, ਦਵਾਈ ਵੀ ਚਾਹੀਦੀ ਹੈ। ਜੀ ਘਰ ਦਾ ਕੂੜਾ ਵੀ ਸੁੱਟਣ ਜਾਣਾ ਹੈ। ਜੀ ਮੇਰੇ ਘਰ ਦੀ ਇੱਕ ਟੂਟੀ ਖਰਾਬ ਹੋ ਗਈ ਸੀ, ਅੱਜ ਸੈਂਟਰੀ ਵਾਲੇ ਨੂੰ ਬੁਲਾਇਆ ਆਪਾਂ। ਜੀ ਮੈਂ ਟੌਪ ਫਲੋਰ ਤੇ ਰਹਿਣਾ ਜੀ, ਜੀ ਥੱਲੇ ਸੈਂਟਰੀ ਵਾਲਾ ਆਇਆ, ਉਹਨੂੰ ਹੂੰ ਪਤਾ ਨਹੀਂ ਕੀ ਦੱਸਤਾ, ਭੱਜ ਗਿਆ ਜੀ। ਉਹਨੂੰ ਮੈਂ ਫੋਨ ਕੀਤਾ, ਕਹਿੰਦਾ ਨਹੀਂ ਜੀ ਘਰ ਵਿੱਚ ਕਰੋਨਾ ਹੈ ਜੀ, ਮੈਂ ਨਹੀਂ ਆਊਂਗਾ। ਜੀ ਮਤਲਬ ਇਹ ਜਿਹੜੀ ਦਹਿਸ਼ਤ ਬਣ ਗਈ ਹੈ ਨਾ, ਇਹ ਬੜੀ ਖਤਰਨਾਕ ਬਣ ਗਈ ਹੈ ਜੀ। ਜੀ ਹੁਣ ਤੁਸੀਂ ਘਰ ਦੇ ਵਿੱਚ ਫਿਰ ਤੁਹਾਡੇ ਬੱਚੇ ਤੇ ਤੁਹਾਡੀ ਵਾਈਫ ਹੀ ਰਹਿ ਰਹੇ ਨੇ ਕਿ ਜਾਂ ਕੋਈ ਹੋਰ ਮੈਂਬਰ ਹੀ ਮੌਜੂਦ ਹੈ ਵੱਖਰੇ ਕਮਰੇ ਦੇ ਵਿੱਚ? ਸਾਰੇ ਅਸੀਂ ਆਪਣੇ ਆਪਣੇ ਕਮਰੇ ਤੇ ਆ ਜੀ, ਜੀ ਸਾਰੇ ਆਪਣੇ ਆਪਣੇ ਅਲੱਗ ਅਲੱਗ ਕਮਰੇ 'ਚ ਹੈਗੇ ਜੀ। ਸਾਡੀ ਜਿਹੜੀ ਮੇਡ ਹੈ, ਜੀ ਉਹ ਵੀ ਉਹਨੂੰ ਵੀ ਕਰੋਨਾ ਹੋ ਗਿਆ ਹੈ। ਜੀ ਤੇ ਅਸੀਂ ਹੁਣ ਆਪਣੇ ਕਮਰੇ 'ਚ ਹੀ ਸਮਾਨ ਰੱਖਿਆ ਥੋੜਾ ਖਾਣ ਪੀਣ ਦਾ, ਹੂੰ ਕਦੀ ਬ੍ਰੈਡ ਖਾ ਲੈਂਦੇ ਹਾਂ, ਕਦੀ ਬਿਸਕਿਟ ਖਾ ਲੈਂਦੇ ਹਾਂ, ਕਦੀ ਥੋੜਾ ਬਹੁਤ ਫਰੂਟ ਖਾ ਲਿਆ। ਭੁੱਖ ਤੇ ਹੂੰ ਮਾਰੀ ਗਈ ਹੈ, ਭੁੱਖ ਤਾਂ ਲੱਗਦੀ ਨਹੀਂ ਜੀ ਹੁਣ। ਜੀ ਕਿੰਨੀ ਕੁ ਮੁਸ਼ਕਿਲ ਆ ਰਹੀ ਹੈ ਤੁਹਾਨੂੰ? ਮੈਨੂੰ 5 ਦਿਨ ਤਾਂ ਮੈਂ ਉੱਠਿਆ ਨਹੀਂ ਗਿਆ ਜੀ ਬੈੱਡ ਤੋਂ। ਅੱਜ ਮੈਂ ਉੱਠ ਕੇ ਪਗੜੀ ਵਗੈਰਾ ਬੰਨੀ ਹੈ, ਜੀ ਲੇਕਿਨ ਭੁੱਖ ਅਜੇ ਵੀ ਨਹੀਂ ਲੱਗ ਰਹੀ। ਲੇਕਿਨ ਮੈਂ ਜੀ ਸੋਚ ਰਿਹਾ ਕਿ ਜਿਹੜੇ ਮੇਰੀ ਉਮਰ ਤੱਕ ਦੇ ਲੋਕ ਤਾਂ ਬਰਦਾਸ਼ਤ ਕਰ ਰਹੇ ਹੈ ਜੀ, ਲੇਕਿਨ ਜਿਹੜੇ ਵੱਡੀ ਜੀ ਉਮਰ ਦੇ ਲੋਕ ਕਰੋਨਾ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਹੀ ਕਾਰਨ ਸ਼ਾਇਦ ਡੈਥ ਜ਼ਿਆਦਾ ਹੋ ਰਹੀਆਂ ਨੇ। ਜੀ ਇਹ ਕੀ ਕਾਰਨ ਮੰਨਦੇ ਹੋ ਕਿ ਕਿਹੜੀ ਚੀਜ਼ ਤੇ ਜ਼ਿਆਦਾ ਇਹ ਹਾਵੀ ਹੋ ਰਿਹਾ ਹੈ? ਇਹ ਕਿਹੜੀ ਚੀਜ਼ ਤੋਂ ਤਕਲੀਫ ਹੁੰਦੀ ਹੈ ਇਹਦੀ ਜ਼ਿਆਦਾ ਜਦੋਂ ਕਰੋਨਾ ਵਾਇਰਸ ਦਾ ਮਰੀਜ਼ ਪੇਸ਼ੈਂਟ ਪਾਇਆ ਜਾਂਦਾ? ਦੇਖੋ ਜੀ, ਪਹਿਲੀ ਗੱਲ ਤੇ ਹੈ ਕਿ ਬੁਖਾਰ ਹੀ ਇੰਨਾ ਤੋੜ ਦਿੰਦਾ ਬੰਦੇ ਦਾ ਕਿ ਸਰੀਰ 'ਚ ਜਾਨ ਨਹੀਂ ਹੈ। ਉਸ ਤੋਂ ਬਾਅਦ ਖੁਰਾਕ ਖਾਣ ਤੇ ਦਿਲ ਨਹੀਂ ਕਰਦਾ, ਉਸ ਤੋਂ ਬਾਅਦ ਪੇਟ ਖਰਾਬ ਹੋ ਜਾਣਾ, ਲੂਜ਼ ਮੋਸ਼ਨ ਹੋ ਜਾਣਾ, ਇਹ ਜੀ ਸਾਈਡ ਇਫੈਕਟਸ, ਕਫ ਹੋ ਜਾਣਾ। ਇਹਨੂੰ ਜੇ ਕਿਸੇ ਨੂੰ ਗਲਤੀ ਨਾਲ ਲੰਗਸ ਦੀ ਬਿਮਾਰੀ ਹੈ, ਜੀ ਦਮੇ ਦੀ ਬਿਮਾਰੀ ਹੈ, ਜੀ ਹਾਰਟ ਦੀ ਬਿਮਾਰੀ ਹੈ, ਉਹ ਤਾਂ ਨਹੀਂ, ਜੀ ਉਹਦਾ ਵਾਸਤੇ ਬਹੁਤ ਔਖਾ ਕੰਮ ਹੈ ਜੀ। ਜੀ ਉਹ ਕਰੋਨਾ ਬਰਦਾਸ਼ਤ ਨਹੀਂ ਕਰ ਪਾਏਗਾ, ਨਿਸ਼ਚਿਤ ਹੈ। ਜੀ ਮੇਰੇ ਵਰਗੇ ਬੰਦੇ ਹਿੱਲ ਗਏ ਜੀ, ਮੇਰੇ ਬੱਚੇ ਹਿੱਲ ਗਏ ਜੀ, ਬਸ ਟੁੱਟ ਗਏ ਜੀ ਇੱਕਦਮ। ਜੀ ਉਹਨਾਂ ਦੀ ਸਿਹਤ ਠੀਕ ਹੈ? ਬਿਲਕੁਲ ਹੁਣ ਠੀਕ ਨੇ ਉਹ? ਬਿਲਕੁਲ ਤਾਂ ਨਹੀਂ ਹੈ, ਲੇਕਿਨ ਅੱਜ ਆਪਸ ਵਿੱਚ ਗੱਲਬਾਤ ਹੈ, ਪਹਿਲਾ ਦਿਨ ਹੈ ਕਿ ਅਸੀਂ ਆਪਸ ਵਿੱਚ ਗੱਲਬਾਤ ਵੀ ਕਰ ਰਹੇ ਹਾਂ। ਜੀ ਨਹੀਂ ਤੇ 5-5 6-6 ਘੰਟੇ ਐਵੇਂ ਹੀ ਪਏ ਰਹੇ। ਮਤਲਬ ਬੜਾ ਔਖਾ ਜਿਹਾ ਕੰਮ ਹੈ ਜੀ। ਇਹ ਤੇ ਬੜੀ ਗੰਦੀ ਬਿਮਾਰੀ ਹੈ ਜੀ, ਬਹੁਤ ਗੰਦੀ ਬਿਮਾਰੀ ਹੈ ਜੀ। ਸੱਚੇ ਪਾਤਸ਼ਾਹ ਕਿਸੇ ਨੂੰ ਨਾ ਲਿਆਵੇ, ਜੀ ਬਸ ਆਪਣੇ ਬੇਗਾਨੇ ਹੋਏ ਜੀ ਇਹ ਬਿਮਾਰੀ 'ਚ। ਤੇ ਬਹੁਤ ਖਤਰਨਾਕ ਬਿਮਾਰੀ ਹੈ ਜੀ ਇਹ। ਜੀ ਮੈਂ ਹੁਣ ਇਹ ਤੁਹਾਡੇ ਨਾਲ ਗੱਲ ਬੁਖਾਰ ਕਰ ਰਿਹਾ, ਮੇਰੇ ਕੋਲ ਜੀ ਬੈਠਣ ਦੀ ਸ਼ਕਤੀ ਨਹੀਂ ਹੈ, ਮੈਂ ਨਹੀਂ ਤਾਂ ਬੈਠ ਕੇ ਗੱਲ ਕਰਦਾ। ਜੀ 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 ਮੇਰੇ ਕੋਲ ਜੀ ਕੋਈ ਸ਼ਕਤੀ ਗੱਲ ਨਹੀਂ ਨਹੀਂ ਹੈ। ਜੀ ਤੁਸੀਂ ਆਰਾਮ ਨਾਲ ਗੱਲ ਕਰ ਸਕਦੇ ਹੋ, ਕੋਈ ਗੱਲ ਨਹੀਂ। ਇਹ ਬੁਖਾਰ ਜਿਹੜਾ ਤੁਹਾਨੂੰ ਕਰੋਨਾ ਵਾਇਰਸ ਦੇ ਵਿੱਚ ਸ਼ੁਰੂ ਤੋਂ ਚੜਿਆ, ਫੀਵਰ ਤੁਹਾਨੂੰ ਆਇਆ, ਇਹ ਇਸੇ ਤਰ੍ਹਾਂ ਕਿ ਜਾਂ ਹੁਣ ਉਤਰ ਗਿਆ ਤੁਹਾਡਾ ਬੁਖਾਰ?
ਪਹਿਲੇ ਤਾਂ 103 ਰਹਿੰਦਾ ਸੀ, 102, 103। ਅੱਜ ਮੇਰਾ ਬੁਖਾਰ 100 ਤੋਂ ਥੱਲੇ ਹੈ ਜੀ। ਮੇਰੇ ਬੇਟੇ ਦਾ, ਮੇਰੀ ਮਿਸਿਸ ਦਾ ਵੀ। ਜੀ ਲੇਕਿਨ ਵੱਡੇ ਬੇਟੇ ਨੂੰ ਚੂੰਕਿ ਕੱਲ ਚੜਿਆ ਜੇ ਕਰੋਨਾ, ਤੇ ਉਹਦਾ 103 ਤੱਕ ਬੁਖਾਰ ਹੈ ਜੀ। ਜੀ ਕਿੰਨੀ ਕਿੰਨੀ ਉਮਰ ਆ ਵੱਡੇ ਬੇਟੇ ਦੀ? 34 ਇਅਰਸ। ਜੀ ਬੇਟੇ ਦੇ ਨਾਲ ਤੁਹਾਡੀ ਵਾਈਫ ਵੀ ਨਾਲ ਹੀ ਜਾਂਦੇ ਹੁੰਦੇ ਸੀ ਬਾਹਰ ਐਨਜੀਓ ਦੀ ਸੇਵਾ ਕਰਨ ਲਈ? ਕੋਈ ਆਪਸ ਵਿੱਚ ਸੇਵਾ ਨਹੀਂ ਕਰ ਰਿਹਾ ਜੀ, ਆਪਣੀ ਆਪਣੀ ਸਾਰੇ ਕਰ ਰਹੇ। ਸੱਚ ਗੱਲ ਤੇ ਹੈ ਜੀ। ਜੀ 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 ਬਿਲਕੁਲ ਬਿਲकुल। ਸੱਚ ਗੱਲ ਹੈ ਕਿ ਇੱਕ ਦੂਜੇ ਨੂੰ ਮਿਲ ਵੀ ਨਹੀਂ ਪਾ ਰਹੇ, ਅਸੀਂ ਉੱਠ ਹੀ ਨਹੀਂ ਪਾਉਂਦੇ ਆਪਣੇ ਕਮਰੇ ਚੋਂ, ਟੁੱਟ ਜੀ ਗਏ ਅਸੀਂ ਤਾਂ। ਜੀ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਵੀ ਹੈ ਕਰੋਨਾ ਵਾਇਰਸ ਜਿਹੀ ਭਿਆਨਕ ਬਿਮਾਰੀ ਦਾ। ਤੁਸੀਂ ਖੁਦ ਵੀ ਇਸ ਦੀ ਚਪੇਟ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਦੇ ਕਰਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਜੀ, ਇੱਕ ਤਾਂ ਮੈਸੇਜ ਦਿਆਂਗਾ ਕਿ ਪਹਿਲੀ ਗੱਲ ਤੇ ਬਚੋ, ਜਿੰਨਾ ਬਚ ਸਕਦੇ ਹੋ। ਬਿਨਾਂ ਗੱਲਾਂ ਤੋਂ, ਬਿਨਾਂ ਵਜ੍ਹਾ ਤੋਂ ਨਾ ਨਿਕਲੋ ਬਾਹਰ, ਜੀ ਨਹੀਂ ਤੇ ਭੁਗਤੋਗੇ ਬੁਰੀ ਤਰ੍ਹਾਂ। ਔਰ ਖਾਸ ਕਰਕੇ ਜਿਹੜੇ 60 ਸਾਲ ਤੋਂ ਉੱਪਰ ਦੇ ਲੋਕ ਹੈ ਜੀ, ਜੀ ਉਹ ਬਿਲਕੁਲ ਨਾ ਕਰੋ ਬਾਹਰ ਨਿਕਲਣ ਜੀ। ਉਹ ਬਰਦਾਸ਼ਤ ਨਹੀਂ ਕਰ ਪਾਉਣਗੇ। ਜੇ ਕਰੋਨਾ ਹੋ ਗਿਆ ਤੇ ਉਹਨਾਂ ਦਾ ਬਚਣਾ ਬਹੁਤ ਮੁਸ਼ਕਿਲ ਹੈ ਜੀ। ਜੀ ਦੂਜੀ ਗੱਲ ਜੀ, ਜੇ ਤੁਹਾਡਾ ਕਿਸੇ ਜਾਣਕਾਰ ਨੂੰ ਕਰੋਨਾ ਹੋ ਜਾਏ ਜੀ ਤੇ ਆਪਣਾ ਫਰਜ਼ ਨਿਭਾਓ ਜੀ। ਉਹਨੂੰ ਹਾਲ ਚਾਲ ਪੁੱਛੋ ਦਿਨ ਚ 5-6 ਵਾਰੀ। ਜੀ ਬੜਾ ਇਕੱਲਾਪਨ ਮਹਿਸੂਸ ਹੁੰਦਾ ਜੀ ਬੰਦ ਕਮਰੇ ਦੇ ਅੰਦਰ ਜੀ। ਜੀ ਕਰਕੇ ਵਾਹਿਗੁਰੂ ਨਾ ਕਰੇ ਕਿਸੇ ਨੂੰ ਕਰੋਨਾ ਹੋਵੇ। ਜੇ ਹੋਵੇ ਤੇ ਉਹਦੇ ਯਾਰ ਜੀ ਦੋਸਤ ਮਿੱਤਰ ਦਿਨ ਚ 2 ਵਾਰੀ ਫੋਨ ਕਰ ਲੈਣ। ਜੇ ਤੁਸੀਂ ਘਰ ਦੇ ਅੰਦਰ ਨਹੀਂ ਜਾ ਸਕਦੇ, ਘਰ ਦੇ ਬਾਹਰ ਸਮਾਨ ਰੱਖ ਲਓ ਕੋਈ ਲਿਜਾ ਕੇ। ਕਿਸੇ ਜੀ ਨੂੰ ਦਵਾਈ ਦੀ ਲੋੜ ਹੈ, ਕਿਸੇ ਨੂੰ ਅਖਬਾਰ ਦੀ ਲੋੜ ਹੈ, ਕਿਸੇ ਨੂੰ ਸਬਜ਼ੀ ਦੀ ਲੋੜ ਹੈ, ਦੁੱਧ ਦੀ ਲੋੜ ਹੈ। ਜੀ ਇਸ ਕਰਕੇ ਮੈਂ ਠੀਕ ਹੈ, ਡਰ ਬਹੁਤ ਜ਼ਰੂਰੀ ਹੈ, ਜੀ ਬਟ ਇਨਸਾਨੀਅਤ ਹੀ ਬਹੁਤ ਜ਼ਰੂਰੀ ਹੈ। ਜੀ ਕਈ ਲੋਕੀ ਜਿਹੜਾ ਭੇਦਭਾਵ ਕਰ ਰਹੇ ਹੈ, ਜੀ ਪੁਲਿਸ ਨੂੰ ਫੋਨ ਕਰ ਦਿੰਦੇ ਹੈ ਕਿ ਫਲਾਣੇ ਜੀ ਦੇ ਘਰ ਕਰੋਨਾ ਦਾ ਪੇਸ਼ੈਂਟ ਹੈ ਜੀ। ਇਹ ਗਲਤ ਜੀ ਗੱਲ ਹੈ ਬਿਲਕੁਲ। ਜੀ ਕਰੋਨਾ ਜਿਹਨੂੰ ਹੋ ਗਿਆ ਹੈ ਉਹਦਾ ਕੀ ਕਸੂਰ ਹੈ? ਕਿਸੇ ਨੂੰ ਵੀ ਹੋ ਜੀ ਸਕਦਾ ਹੈ। ਜੀ ਜਦ ਦੇਸ਼ ਦੇ ਮੰਤਰੀਆਂ ਨੂੰ ਹੋ ਰਿਹਾ ਹੈ, ਜੀ ਵੱਡੇ ਵੱਡੇ ਲੀਡਰਾਂ ਨੂੰ ਹੋ ਗਿਆ, ਪੁਲਿਸ ਨੂੰ ਹੋ ਗਿਆ, ਮਿਲਟਰੀ ਨੂੰ ਹੋ ਗਿਆ, CRPF ਨੂੰ ਹੋ ਗਿਆ, ਡਾਕਟਰਾਂ ਨੂੰ ਹੋ ਗਿਆ, ਮੌਤਾਂ ਹੋ ਗਈਆਂ। ਜੀ ਕਿਸੇ ਦਾ ਕੀ ਹੱਥ ਹੈ ਜੀ? ਕਿਸੇ ਨੂੰ ਵੀ ਹੋ ਸਕਦਾ ਹੈ। ਜੀ 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 ਬਿਲਕੁਲ। ਇਹ ਤੁਹਾਨੂੰ ਫਿਰ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ, ਜਿਹੜੀ ਤੁਸੀਂ ਗੱਲ ਕੀਤੀ ਦੁੱਧ ਸਬਜ਼ੀਆਂ ਵਗੈਰਾ ਦੀ, ਇਹ ਤੁਹਾਨੂੰ ਕੌਣ ਪ੍ਰੋਵਾਈਡ ਕਰਵਾ ਰਿਹਾ? ਫਿਰ ਤੁਸੀਂ ਤਾਂ ਘਰ ਤੋਂ ਬਾਹਰ ਜਾ ਨਹੀਂ ਪਾ ਰਹੇ। ਅਸੀਂ ਬਾਹਰ ਨਹੀਂ ਜਾ ਸਕਦੇ, ਬਾਹਰ ਦੇ ਅੰਦਰ ਨਹੀਂ ਆ ਸਕਦੇ ਸਾਡੇ, ਕਿਉਂਕਿ ਮੈਂ ਜੀ 4th ਫਲੋਰ ਤੇ ਰਹਿਣਾ ਵਾਂ। ਜੀ ਮੇਰਾ ਜਿਹੜਾ ਸ਼ਹੀਦ ਭਗਤ ਸਿੰਘ ਸੇਵਾ ਦਲ ਦਾ ਸਟਾਫ ਹੈ, ਉਹਨੂੰ ਮੈਂ ਫੋਨ ਕਰ ਦਿੰਦਾ ਵਾ, ਉਹ ਲਿਫਟ ਹੀ ਰੱਖ ਦਿੰਦੇ ਨੇ, ਅਸੀਂ ਉੱਤੇ ਚੁੱਕ ਲੈਂਦੇ ਹਾਂ। ਜੀ ਮੈਂ ਖੁਦ ਮਨਾ ਕੀਤਾ, ਮੈਂ ਕਿਹਾ ਉਹ ਕੋਲ ਆਣਗੇ, ਹੋ ਸਕਦਾ ਉਹਨਾਂ ਨੂੰ ਵੀ ਨਾ ਹੋ ਜਾਏ। ਜੀ 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 ਲੇਕਿਨ ਬੜੀ ਔਖੀ ਜਿਹੀ ਘੜੀ ਦੇਖ ਰਹੇ ਹਾਂ ਜੀ, ਬਹੁਤ ਔਖੀ ਘੜੀ ਹੈ। ਵਾਹਿਗੁਰੂ ਨਾ ਦਿਖਾਏ ਕਿਸੇ ਨੂੰ। ਦਿੱਲੀ ਦੇ ਵਿੱਚ ਲਗਾਤਾਰ ਕਰੋਨਾ ਵਾਇਰਸ ਦੇ ਕੇਸ ਵੱਧਦੇ ਜਾ ਰਹੇ ਨੇ। ਕੀ ਕਾਰਨ ਮੰਨਦੇ ਹੋ ਵੀ ਇੰਨੀ ਤੇਜ਼ੀ ਦੇ ਨਾਲ ਕਰੋਨਾ ਵਾਇਰਸ ਦੇ ਮਰੀਜ਼ ਵੱਧ ਰਹੇ ਨੇ? ਲਾਪਰਵਾਹੀ ਜੀ, ਸਰਕਾਰਾਂ ਦੀ ਬਹੁਤ ਵੱਡੀ ਲਾਪਰਵਾਹੀ ਹੈ ਜੀ। ਜਦੋਂ ਦਿੱਲੀ ਦੇ ਵਿੱਚ 15-20 ਕੇਸ ਰੋਜ਼ ਹੈਗੇ ਸੀ, ਜੀ ਦਿੱਲੀ 'ਚ ਲਾਕਡਾਊਨ ਕਰਤਾ। ਜੀ ਜਦੋਂ ਅੱਜ 3000 ਕੇਸ ਰੋਜ਼ ਆ ਰਹੇ, ਇਹਨਾਂ ਨੇ ਖੋਲਤਾ, ਕਿਉਂਕਿ ਜੀ ਇਹਨਾਂ ਨੂੰ ਰੈਵਨਿਊ ਚਾਹੀਦਾ ਹੈ। ਸ਼ਰਾਬ ਦੇ ਠੇਕੇ ਖੋਲਤੇ, 70% ਟੈਕਸ ਲਗਾਤਾ। ਜੀ ਸਰਕਾਰਾਂ ਦੀ ਬਹੁਤ ਵੱਡੀ ਲਾਪਰਵਾਹੀ ਹੈ ਜੀ। ਦਿੱਲੀ ਦੇ ਜੀ ਸਰਕਾਰਾਂ ਦੇ ਹਸਪਤਾਲਾਂ ਦੇ ਵਿੱਚ ਨਾ ਇਹਨਾਂ ਕੋਲੋਂ ਐਂਬੂਲੈਂਸਾਂ, ਨਾ ਇਹਨਾਂ ਕੋਲ ਬੈੱਡ, ਨਾ ਇਹਨਾਂ ਕੋਲ ਸਟ੍ਰੈਚਰ, ਨਾ ਡਾਕਟਰ, ਨਾ ਲੈਣਾ ਨਾ ਦੇਣਾ। ਬਹੁਤ ਬੜਾ ਹੀ ਗਰਕ ਕੀਤਾ ਹੈ ਜੀ, ਦਿੱਲੀ ਦਾ ਬਹੁਤ ਬੁਰਾ ਹਾਲ ਹੈ ਜੀ। ਜੀ ਇਹ ਤਾਂ ਹੁਣ ਸੈਂਟਰ ਗੌਰਮੈਂਟ ਆਪਣੇ ਹੱਥ 'ਚ ਕਮਾਨ ਲਿੱਤੀ, ਤਾਂ ਜਾ ਕੇ ਮਾੜਾ ਮੋਟਾ ਠੀਕ ਹੋਇਆ ਜੀ। ਜੀ ਇਹ ਸਰਕਾਰਾਂ ਦੀ ਕਿਤੇ ਨਾ ਕਿਤੇ ਕਮੀ ਰਹਿ ਰਹੀ ਹੈ ਇਹਦੇ ਵਿੱਚ, ਕਿ ਜਾਂ ਲੋਕ ਹੀ ਬਿਲਕੁਲ ਅਣਗਹਿਲੀ ਕਰ ਰਹੇ ਨੇ? ਕਮੀ ਬੜੀ ਵੱਡੀ ਹੈ ਜੀ। ਜੇ ਤੁਸੀਂ ਧਿਆਨ ਦੇ ਰਹੇ ਹੋ, ਜਨਤਾ ਦੇ ਬੱਤੀ ਫ੍ਰੀ ਕਰ ਦੋ ਜੀ, ਵੋਟਾਂ ਲੈਣ ਵਾਸਤੇ ਪਾਣੀ ਫ੍ਰੀ ਕਰ ਦੋ ਜੀ, ਬੱਸਾਂ ਫ੍ਰੀ ਕਰ ਦੋ, ਮੈਟਰੋ ਫ੍ਰੀ ਕਰ ਦੋ, ਤੇ ਉਹਨਾਂ ਜੀ ਨੂੰ ਪੁੱਛੋ ਕਿ ਜੇ ਦੇਸ਼ ਦੇ ਵਿੱਚ ਕੋਈ ਡਿਜ਼ਾਸਟਰ ਆ ਜਾਂਦਾ ਹੈ, ਤੂਫਾਨ ਆ ਜੀ ਜਾਂਦਾ ਹੈ, ਭੂਚਾਲ ਆ ਜਾਂਦਾ ਹੈ, ਪਾਣੀ ਹੜ੍ਹ ਆ ਜਾਂਦਾ ਹੈ, ਜੀ ਔਰ ਕਰੋਨਾ, ਇਹਦੇ ਵਾਸਤੇ ਵੀ ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ ਸੀ। 1 ਮਹੀਨੇ ਦੇ ਵਿੱਚ ਤੁਸੀਂ ਹੱਥ ਖੜੇ ਕਰਤੇ। ਜੀ ਬਹੁਤ ਵੱਡੀ ਅਣਗਹਿਲੀ ਹੈ ਜੀ ਸਰਕਾਰ ਦੀ, ਬਹੁਤ ਵੱਡੀ ਗੱਲ। ਮੈਂ ਬਹੁਤਾ ਸਮਾਂ ਨਹੀਂ ਲਊਂਗਾ। ਇੱਕ ਲਾਸਟ ਸਵਾਲ ਮੈਂ ਪੁੱਛੂੰਗਾ ਸਿਰਫ, ਇਹ ਤੁਸੀਂ ਹੁਣ ਕਰੋਨਾ ਵਾਇਰਸ ਤੋਂ ਪੀੜਤ ਚੱਲ ਰਹੇ ਹੋ, ਅਰਦਾਸ ਕਰਦੇ ਹਾਂ ਜਲਦੀ ਤੁਸੀਂ ਠੀਕ ਹੋਵੋ, ਤੇ ਠੀਕ ਹੋਣ ਤੋਂ ਬਾਅਦ ਇਸੇ ਤਰ੍ਹਾਂ ਹਿੰਮਤ ਜਾਰੀ ਰਹੇਗੀ? ਦੇਖੋ, ਸਾਡੇ ਮਹਾਰਾਜ ਨੇ ਕਿਹਾ ਸੀ, ਜੇ ਕੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਂ ਆਓ, ਇਤਮਾਰਕ ਪੈਰ ਤਰੀ ਜੈ, ਸਿਰ ਦੀਜੇ ਕਾਂਡ ਨਾ ਕੀਜੈ। ਜੀ ਅਸੀਂ ਬਿਲਕੁਲ ਪਿੱਛੇ ਨਹੀਂ ਮੁੜਾਂਗੇ ਜੀ। ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸਾਰੇ ਵਾਰੀਅਰ ਉਸੇ ਕੰਮ ਕਰ ਰਹੇ ਨੇ।
मैं भी जिस दिन मेरा क्वारंटाइन खत्म होएगा सरकारी रूप विच उसी दिन जी। ड्यूटी ਤੇ ਲੱਗ ਜਾਵਾਂਗਾ ਜਾ ਕੇ ਔਰ ਉਸੇ ਦਿਨ ਤੋਂ ਹੀ ਸੇਵਾ ਸ਼ੁਰੂ ਕਰਾਂਗਾ ਜਦ ਮਹਾਰਾਜ ਨੇ ਮੈਨੂੰ ਇਹ ਦੂਜਾ ਜੀਵਨ ਦਿੱਤਾ ਹੈ ਜੀ। ਮੈਂ ਮੌਤ ਚੋਂ ਨਿਕਲ ਕੇ ਆਇਆ ਉਹਦਾ ਕਾਰਨ ਇਹ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਤੇ ਨਹੀਂ ਪਤਾ ਲੱਗਦਾ ਲੇਕਿਨ ਮੈਂ ਚूंकि ਮੈਂ ਡਾਇਬਟਿਕ ਦਾ ਪੇਸ਼ੈਂਟ ਵੀ ਆ ਜੀ। ਬਲੱਡ ਪ੍ਰੈਸ਼ਰ ਦਾ ਪੇਸ਼ੈਂਟ ਵੀ ਆ ਮੈਨੂੰ ਪਤਾ ਕਿ ਮੈਂ ਕਿੰਨੀ ਔਖੀ ਘੜੀ 'ਚ ਨਿਕਲਿਆ ਵਾਂ ਤੇ ਮੈਨੂੰ ਜੀ। ਮਹਾਰਾਜ ਨੇ ਮੈਨੂੰ ਅਰਦਾਸਾਂ ਨੇ ਬਚਾਇਆ ਜਿਹੜੀ ਸੰਗਤ ਦੀ ਅਰਦਾਸ ਹੈ ਜਿਹੜੇ ਜੀ। 70 ਲੱਖ ਲੋਕਾਂ ਨੇ ਮੈਨੂੰ ਫੇਸਬੁੱਕ ਤੇ ਪਾਇਆ ਹੈ ਜੀ। ਇਹ ਉਹਨਾਂ ਦੀ ਅਰਦਾਸਾਂ ਨੇ ਜੀ ਉਹਨਾਂ ਦੀ ਅਰਦਾਸਾਂ ਨੇ ਜੀ। ਤੇ ਮੈਂ ਬਿਲਕੁਲ ਡਟ ਕੇ ਕੰਮ ਕਰਾਂਗਾ ਜੀ ਜੀ। ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਤੁਸੀਂ ਇਸ ਔਖੀ ਘੜੀ ਦੇ ਵਿੱਚ ਤੁਸੀਂ ਸਾਨੂੰ ਕੁਝ ਟਾਈਮ ਦਿੱਤਾ ਗੱਲਬਾਤ ਕਰਨ ਲਈ ਅਰਦਾਸ ਕਰਦੇ ਹਾਂ ਜਲਦੀ ਤੁਸੀਂ ਠੀਕ ਹੋਵੋ ਤੇ ਇਸੇ ਤਰ੍ਹਾਂ ਆਪਣੀ ਸਮਾਜਿਕ ਸੇਵਾ ਜਿਹੜੀ ਤੁਸੀਂ ਕਰ ਰਹੇ ਹੋ ਦਿੱਲੀ ਦੇ ਵਿੱਚ ਇਸੇ ਤਰ੍ਹਾਂ ਜਾਰੀ ਰੱਖੋ ਬਿਲਕੁਲ ਜੀ ਸਾਡੀ ਸੇਵਾ ਉਦਾਂ ਜਾਰੀ ਰਹੇਗੀ ਤੁਸੀਂ ਅਰਦਾਸ ਕਰੋ ਔਰ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਜੀ। ਸ਼ਕਤੀ ਦੇਵੇ ਔਰ ਅਸੀਂ ਜੀ। ਇੱਕੋ ਗੱਲ ਬੋਲੀਏ ਕਿ ਦੇਸ਼ ਸ਼ਿਵਾ ਬਰਮੋਹੇ ਇਹ ਸ਼ੁਭ ਕਰਮਨ ਤੇ ਕਮੋ ਨਾ ਡਰੋ ਅਰਸੋ ਜਬ ਜਾਏ ਲੜੋ ਨਿਸ਼ਚੈ ਕਰ ਆਪਣੀ ਜਿੱਤ ਕਰੋ ਅਸੀਂ ਕਰੋਨਾ ਨੂੰ ਹਰਾ ਕੇ ਜਿੱਤ ਕੇ ਦਿਖਾਵਾਂਗੇ ਤੁਹਾਨੂੰ ਔਰ ਫਿਰ ਆ ਕੇ ਸੇਵਾ ਦੇ ਵਿੱਚ ਮਿਲਾਂਗੇ ਤੁਹਾਨੂੰ ਬਹੁਤ ਜਲਦ ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਔਰ ਤੁਹਾਡੇ ਜਿਹੜੇ ਵੀ ਸਬਸਕ੍ਰਾਈਬਰ ਹੈਗੇ ਨੇ ਇਹਨਾਂ ਦਾ ਕੋਈ ਦਿੱਲੀ 'ਚ ਕੋਈ ਵੀ ਜਾਣਕਾਰ ਹੋਵੇ ਜੀ। ਔਰ ਉਹਨਾਂ ਨੂੰ ਕਰੋਨਾ ਦੇ ਪੇਸ਼ੈਂਟ ਵਾਸਤੇ ਮਦਦ ਚਾਹੀਦੀ ਹੋਵੇ ਜੀ। ਚਾਹੇ ਐਡਮਿਟ ਕਰਾਣਾ ਹੈ ਚਾਹੇ ਨੂੰ ਐਂਬੂਲੈਂਸ ਚਾਹੀਦੀ ਹੈ ਚਾਹੇ ਕਿਸੇ ਦਾ ਸੰਸਕਾਰ ਕਰਨਾ ਹੈ ਉਹ ਸ਼ਹੀਦ ਭਗਤ ਸਿੰਘ ਸੇਵਾ ਦਲ ਦਾ ਨੰਬਰ 8750905050 87505050 ਆਸਾਨ ਨੰਬਰ ਹੈ ਫੋਨ ਕਰਾਂਗੇ ਅਸੀਂ ਆਪਣੀ ਪੂਰੀ ਸੇਵਾ ਦੇਵਾਂਗੇ ਜੀ ਔਰ ਪੂਰੀ ਸੇਵਾ ਨਿਭਾਵਾਂਗੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਅਰਦਾਸ ਕਰਦੇ ਹਾਂ ਜਲਦੀ ਤੁਸੀਂ ਠੀਕ ਹੋਵੋ ਤੇ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਸਮਾਜਿਕ ਸੇਵਾ ਜਿਹੜੀ ਤੁਸੀਂ ਸ਼ੁਰੂ ਕੀਤੀ ਹੋਈ ਹੈ ਇਸੇ ਤਰ੍ਹਾਂ ਜਾਰੀ ਰੱਖੋ ਅੱਗੇ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ ਸਤਿ ਸ਼੍ਰੀ ਅਕਾਲ